वाहिगुरू जी का खालसा वाहिगुरू जी की फतेह। तिलक जंजू राखा प्रभ ताका, कीनो वड्डो कलू में साका। धर्म हेत साका जिन किया, सीस दिया पर सिर न दिया। महावाक अनुसार धन धन श्री गुरु तेग बहादुर पातशाह जी महाराज, जो 6वें पातशाह श्री गुरु हरगोबिंद साहब जी महाराज ਅਤੇ ਪੂਜਨਿਕ ਮਾਤਾ ਨਾਨਕੀ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ, ਜਿਨ੍ਹਾਂ ਨੂੰ ਆਪਣੇ ਪਿਤਾ ਗੁਰੂ ਜੀ ਪਾਸੋਂ ਵਰ ਪ੍ਰਾਪਤ ਸੀ ਤੇਗ ਦੇ ਧਨੀ ਹੋਣ ਦਾ। ਸਤਿਗੁਰੂ ਜੀ ਮਹਾਰਾਜ ਦੀ ਮਹਾਨ ਸ਼ਹਾਦਤ ਸਿੱਖ ਧਰਮ ਅਤੇ ਭਾਰਤ ਦੇ ਇਤਿਹਾਸ ਵਿੱਚ ਮਹੱਤਵਪੂਰਨ ਮੀਲ ਪੱਥਰ ਵਜੋਂ ਸਾਹਮਣੇ ਆਉਂਦੀ ਹੈ। ਸਤਿਗੁਰੂ ਜੀ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਸਮੇਂ ਦੀ ਮੁਗਲ ਹਕੂਮਤ ਦੀ ਜਬਰ ਅਤੇ ਜ਼ੁਲਮ ਦੀ ਨੀਤੀ ਨੂੰ ਠੱਲ ਪਾਈ ਸੀ। ਇਸੇ ਕਾਰਨ ਸਤਿਗੁਰੂ ਜੀ ਨੂੰ ਸ੍ਰਿਸ਼ਟੀ ਦੀ ਚਾਦਰ, ਧਰਮ ਦੀ ਚਾਦਰ, ਜਗਤ ਦੀ ਚਾਦਰ, ਹਿੰਦ ਦੀ ਚਾਦਰ, ਤਿਲਕ ਜੰਜੂ ਦੇ ਰਾਖੇ, ਮਨੁੱਖੀ ਹੱਕਾਂ ਦੇ ਰਾਖੇ ਆਦਿਕ ਆਖ ਕੇ ਨਿਵਾਜਿਆ ਜਾਂਦਾ ਹੈ। ਪ੍ਰਗਟ ਭਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। करम धर्म की जिन पत राखी, अटल करी कलयुग में साखी। सगल सृष्ट जाका जस भयो, जहते सर्व धर्म बचायो। धन धन श्री गुरु तेग बहादुर पातशाह जी महाराज ने गुरु नानक देव जी महाराज दे लाए हुए बूटे सिख धर्म दे प्रचार वास्ते, उहदे वाधे वास्ते बहुत वड्डे वड्डे कारज कीते, जो कहनी होर कथनी तो परे हन। जिस समय जबर ਅਤੇ ਜ਼ੁਲਮ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਆਪਣੀ ਫਰਿਆਦ ਲੈ ਕਰ, ਉਸ ਸਮੇਂ ਇਹਨਾਂ ਦਾ ਜੋ ਮੁਖੀ ਸੀ ਪੰਡਤ ਹਰੀਸ਼ਰਨ ਦਾਸ, ਇਸਨੇ ਭਰੇ ਹੋਏ ਦਰਬਾਰ ਵਿੱਚ ਸਤਿਗੁਰੂ ਜੀ ਦੇ ਅੱਗੇ ਨਤਮਸਤਕ ਹੋ ਕੇ ਰੋ ਰੋ ਕੇ ਆਪਣੇ ਮਨ ਦੀ ਵਿਰਥਾ ਦੱਸੀ। ਸਤਿਗੁਰੂ ਜੀ ਮਹਾਰਾਜ ਵਿਰਾਜੇ ਹੋਏ ਸਨ। ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਸਨ। ਜਦੋਂ ਇੱਕ ਕਸ਼ਮੀਰੀ ਪੰਡਤ ਆਏ, ਇਹਨਾਂ ਨੇ ਆਣ ਕੇ ਸਤਿਗੁਰੂ ਜੀ ਦੇ ਅੱਗੇ ਬਿਲਕ ਬਿਲਕ ਕੇ ਆਪਣੀ ਵਿਅਥਾ ਰੱਖੀ। ਇਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਵਿਰਲਾਪ ਕਰਦਿਆਂ ਹੋਇਆਂ ਵੇਖ ਕੇ ਸਾਰੀ ਸੰਗਤ ਹੈਰਾਨ ਹੋ ਰਹੀ ਸੀ, ਭੈਭੀਤ ਹੋ ਰਹੀ ਸੀ। ਬਈ ਇਤਨੇ ਵੱਡੇ ਵੱਡੇ ਤਿਲਕ ਮੱਥਿਆਂ 'ਤੇ ਲਗਾਏ ਹੋਏ ਇਹ ਕਿਹੜੇ ਇਨਸਾਨ ਹਨ, ਕੌਣ ਹਨ ਇਹ, ਕਿਉਂ ਇਤਨੇ ਦੁਖੀ ਹਨ। ਸਤਿਗੁਰੂ ਜੀ ਨੇ ਇਹਨਾਂ ਦਾ ਵਿਰਲਾਪ ਦੇਖ ਕੇ ਆਪਣੇ ਨੇਤਰ ਖੋਲ੍ਹੇ ਅਤੇ ਬੜੇ ਪ੍ਰੇਮ ਨਾਲ ਇਹਨਾਂ ਵੱਲ ਤੱਕਿਆ ਅਤੇ ਆਖਣ ਲੱਗੇ, ਹੇ ਗੁਰਮੁਖ ਜਨੋ, ਤੁਸੀਂ ਕੌਣ ਸੱਜਣ ਹੋ, ਕਿੱਥੋਂ ਆਏ ਹੋ, ਤੁਸਾਂ ਨੂੰ ਕੀ ਦੁੱਖ ਹੈ ਅਤੇ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ। ਮੁਖੀ ਹਰਸ਼ਰਨ ਦਾਸ ਪੰਡਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ, ਅਸੀਂ ਉੱਚੀ ਕੁਲ ਦੇ ਕਸ਼ਮੀਰੀ ਪੰਡਤ ਹਾਂ, ਤੁਰਕਾਂ ਦੇ ਸਤਾਏ ਹੋਏ ਆਪ ਜੀ ਦੀ ਸ਼ਰਨ ਆਏ ਹਾਂ। ਬਾਦਸ਼ਾਹ ਔਰੰਗਜ਼ੇਬ ਨੇ ਕਸ਼ਮੀਰੀ ਫੌਜਦਾਰ ਨੂੰ ਹੁਕਮ ਕੀਤਾ ਹੈ ਹਿੰਦੂਆਂ ਨੂੰ ਮੁਸਲਮਾਨ ਕਰਨ ਦਾ, ਮੰਦਰ ਦੇਹਰੇ ਮੂਰਤੀਆਂ ਢਾਹ ਢੇਰੀ ਕਰਨ ਦਾ। ਜਿਸ ਹੁਕਮ ਦੀ ਆੜ ਵਿੱਚ ਉਹ ਫੌਜਦਾਰ ਅਤੇ ਉਸਦੇ ਸਾਥੀ ਸਾਡੇ ਹਿੰਦੂ ਮਤ ਦੇ ਲੋਕਾਂ 'ਤੇ ਬਹੁਤ ਜ਼ੁਲਮ ਕਰ ਰਹੇ ਹਨ, ਜੋ ਬਿਆਨ ਕਰਨੇ ਮੁਸ਼ਕਲ ਹਨ। ਸਤਿਗੁਰੂ ਹਰਸ਼ਰਨ ਦਾਸ ਨੇ ਕਿਹਾ ਕਿ ਮਹਾਰਾਜ, ਇਹ ਮੇਰਾ ਛੋਟਾ ਭਰਾ ਪੰਡਤ ਹਰਦਾਸ ਹੈ। ਲਾਗੇ ਖੜੇ ਇੱਕ ਪੰਡਤ ਦੀ ਤਰਫ ਉਸਨੇ ਇਸ਼ਾਰਾ ਕਰਕੇ ਸਤਿਗੁਰੂ ਜੀ ਨੂੰ ਦੱਸਿਆ। ਕਹਿਣ ਲੱਗਾ, ਮਹਾਰਾਜ, ਇਸ ਦਾ ਸਾਰਾ ਹੀ ਘਰ ਸਾੜ ਕੇ ਮੁਗਲ ਫੌਜਦਾਰ ਅਤੇ ਉਹਦੇ ਸਾਥੀਆਂ ਨੇ ਸੁਆਹ ਕਰ ਦਿੱਤਾ ਹੈ। ਇਸ ਦੀ ਘਰਵਾਲੀ ਨੂੰ ਮਾਰ ਕੇ ਕਬਰ ਵਿੱਚ ਦਫਨਾ ਦਿੱਤਾ ਅਤੇ ਕਿਸੇ ਨੂੰ ਪੁੱਟ ਕੇ ਬਾਹਰ ਕੱਢ ਕੇ ਸਾੜਨ ਦੀ ਆਗਿਆ ਵੀ ਨਹੀਂ ਦੇ ਰਹੇ। ਇਸ ਦੀ ਜਵਾਨ ਬੇਟੀ ਨੂੰ ਜ਼ਬਰਦਸਤੀ ਮੁਸਲਮਾਨੀ ਬਣਾ ਕੇ ਇੱਕ ਕਸਾਈ ਮੁੰਡੇ ਦੇ ਘਰੇ ਬਿਠਾ ਦਿੱਤਾ ਹੈ। ਉਸ ਦਾ ਧਰਮ ਨਸ਼ਟ ਕਰਨ ਲਈ ਨਿੱਤ ਹਲਾਲ ਅਤੇ ਡੰਗਰ ਦਾ ਮਾਸ ਖਵਾਉਂਦੇ ਹਨ। ਰੋ ਰੋ ਕੇ ਵਿਚਾਰੀ ਦਿਨ ਕੱਟ ਰਹੀ ਹੈ। ਕਈ ਲਾਚਾਰ ਦੇਵੀਆਂ ਨੇ ਤਾਂ ਆਤਮ ਹੱਤਿਆ ਤੱਕ ਕਰ ਲਿੱਤੀ ਹੈ। ਸਤਿਗੁਰੂ, ਕਿਤੇ ਕੋਈ ਸੁਣਵਾਈ ਨਹੀਂ ਹੈ। ਜਰ ਜੋਰੂ ਜ਼ਮੀਨ ਸਭ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ।
असां ਵੱਡੇ ਵੱਡੇ ਹਵਨ ਕੀਤੇ, ਦੇਵੀ ਦੇਵਤੇ ਪੂਜੇ, ਪਰ ਕਿਤੇ ਕੋਈ ਸੁਣਵਾਈ ਨਹੀਂ ਹੈ। ਸਤਿਗੁਰੂ, ਸਾਡੇ ਹਿੰਦੂ ਧਰਮ ਦੀ ਰੱਖਿਆ ਕਰੋ, ਸਾਡੇ ਤਿਲਕ ਜੰਝੂ ਨੂੰ ਬਚਾ ਲਵੋ। ਦਇਆ ਕਰੋ ਮਹਾਰਾਜ, ਆਖ ਕੇ ਬੱਚਿਆਂ ਦੀ ਤਿਆਈ ਰੋਣ ਲੱਗੇ। ਇਹਨਾਂ ਦੀ ਪੁਕਾਰ ਸੁਣ ਕੇ ਸਤਿਗੁਰੂ ਜੀ ਨੇ ਨੇਤਰ ਬੰਦ ਕਰ ਲਏ। ਕੁਝ ਵਿਚਾਰ ਕਰਨ ਲੱਗੇ, ਜਿਵੇਂ ਵਾਹਿਗੁਰੂ ਜੀ ਨਾਲ ਸਿੱਧੇ ਵਚਨ ਕਰ ਰਹੇ ਹੋਣ, ਵਿਚਾਰ ਵਿਮਰਸ਼ ਕਰ ਰਹੇ ਹੋਣ। ਸਾਰੀ ਸੰਗਤ ਇਹਨਾਂ ਦੇ ਦੁੱਖ ਨੂੰ ਸੁਣ ਕੇ ਹੈਰਾਨ ਹੋ ਰਹੀ ਸੀ। ਉਸੇ ਸਮੇਂ ਦਸ਼ਮੇਸ਼ ਪਿਤਾ, ਜੋ ਬਾਲ ਅਵਸਥਾ ਵਿੱਚ ਸਨ, ਸਭਾ ਵਿੱਚ ਆਏ। ਉਸ ਸਮੇਂ ਇਹਨਾਂ ਨੂੰ ਗੁਰੂ ਗੋਬਿੰਦ ਰਾਏ ਆਖਿਆ ਜਾਂਦਾ ਸੀ। ਇਤਨਾ ਸੰਨਾਟਾ ਦੇਖ ਕੇ ਉਹਨਾਂ ਨੇ ਪਿਤਾ ਗੁਰੂ ਜੀ ਪਾਸੋਂ ਕਾਰਨ ਪੁੱਛਿਆ। ਜਦੋਂ ਕਾਰਨ ਪੁੱਛਿਆ ਕਿ ਇਹ ਕੌਣ ਸੱਜਣ ਹਨ, ਇਤਨਾ ਵਿਰਲਾਪ ਕਿਉਂ ਕਰ ਰਹੇ ਹਨ, ਤੇ ਫਿਰ ਸਾਰੀ ਵਿਰਥਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦੱਸਣੀ ਕੀਤੀ। ਸਾਹਿਬਜ਼ਾਦੇ ਨੂੰ ਸੁਣ ਕੇ ਗੁਰੂ ਗੋਬਿੰਦ ਰਾਏ ਜੀ ਆਖਣ ਲੱਗੇ ਕਿ ਪਿਤਾ ਗੁਰੂ ਜੀ, ਇਸ ਸਮੱਸਿਆ ਦਾ ਹੱਲ ਕੀ ਹੈ? ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ, ਇਹਦਾ ਹੱਲ ਇਹੀ ਹੈ ਕਿ ਕੋਈ ਪੂਰਨ ਬ੍ਰਹਮ ਗਿਆਨੀ, ਕੋਈ ਸਤਿਪੁਰਖ, ਜੋ ਜਰਰੇ ਜਰਰੇ ਵਿੱਚ ਅਕਾਲ ਪੁਰਖ ਨੂੰ ਵੇਖਦਾ ਹੋਵੇ, ਜੋ ਨਿਰਵੈਰ ਆਤਮਾ ਹੋਵੇ, ਜੋ ਦਿਆਲੂ ਹੋਵੇ, ਪਰਉਪਕਾਰੀ ਹੋਵੇ, ਆਪਣਾ ਬਲੀਦਾਨ ਦੇਵੇ। ਸੁਣਦੇ ਸਾਰੀ ਸਾਹਿਬਜ਼ਾਦੇ ਨੇ ਕੀ ਆਖਿਆ? ਕਹਿਣ ਲੱਗੇ, ਪਿਤਾ ਗੁਰੂ ਜੀ, ਇਸ ਕਲਯੁਗ ਦੇ ਸਮੇਂ ਤੁਹਾਡੇ ਤੋਂ ਵੱਡਾ ਪਰਉਪਕਾਰੀ, ਤੁਹਾਡੇ ਤੋਂ ਵੱਡਾ ਦਿਆਲੂ, ਸਤਿਪੁਰਖ, ਪੂਰਨ ਬ੍ਰਹਮ ਵਿਰਤੀ ਵਾਲਾ ਹੋਰ ਕੌਣ ਹੋਵੇਗਾ? ਤੁਸੀਂ ਹੀ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਆਪਣਾ ਬਲੀਦਾਨ ਦੇਵੋ। ਸਾਧ ਸੰਗਤ ਜੀ, ਸੁਣ ਕੇ ਸਤਿਗੁਰੂ ਜੀ ਖੁਸ਼ੀ ਵਿੱਚ ਮੁਸਕਰਾਏ। ਲੇਕਿਨ ਜਿਹੜੀ ਸੰਗਤ ਸੀ, ਜਿਹੜੇ ਪੰਡਤ ਕਸ਼ਮੀਰੀ ਆਏ ਹੋਏ ਸਨ, ਉਹਨਾਂ ਦੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਹੀ ਰਹਿ ਗਏ। ਇਤਨਾ ਹੈਰਾਨ ਹੋ ਰਹੇ ਸਨ ਕਿ ਇਤਨੀ ਬਾਲ ਉਮਰ ਦਾ ਬਾਲਕ, ਜੋ ਇਤਨੀ ਛੋਟੀ ਉਮਰ ਦਾ ਬਾਲਕ ਹੈ, ਉਸ ਨੂੰ ਇਤਨਾ ਗਿਆਨ ਕਿੱਥੋਂ ਮਿਲਿਆ ਹੈ? ਉਹ ਬਾਲਕ ਜੋ ਹੈ, ਉਸ ਨੂੰ ਇਤਨਾ ਗਿਆਨ ਕਿੱਥੋਂ ਮਿਲਿਆ ਹੈ? ਇਤਨੀ ਉਮਰ ਦਾ ਬੱਚਾ ਤਾਂ ਇਤਨੀ ਸੋਝੀ ਨਹੀਂ ਰੱਖਦਾ। ਅਗਰ ਉਸ ਦਾ ਪਿਤਾ ਕੁਝ ਦਿਨ ਵਾਸਤੇ ਅੱਖਾਂ ਤੋਂ ਹੋਜਲ ਹੋ ਜਾਵੇ ਤਾਂ ਉਹ ਬਾਲਕ ਦੀ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਹੈ। ਤੇ ਇਤਨਾ ਉੱਚੇ ਵਿਚਾਰ ਰੱਖਣ ਵਾਲਾ ਇਹ ਸਾਹਿਬਜ਼ਾਦਾ, ਜਿਸ ਦੀ ਉਮਰ ਇਤਨੀ ਛੋਟੀ ਹੈ ਤੇ ਇਤਨੇ ਗਿਆਨ ਦਾ ਮਾਲਕ ਹੈ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਮੁਸਕਰਾਏ ਤੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਇਹੀ ਆਖਿਆ। ਕਹਿਣ ਲੱਗੇ ਕਿ ਜਾਓ, ਜਾ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਤੁਸੀਂ ਸੁਨੇਹਾ ਭੇਜ ਦਿਓ ਕਿ ਜੇਕਰ ਹਿੰਦ ਦਾ ਗੁਰੂ, ਹਿੰਦ ਦਾ ਪੀਰ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਹੋਣਾ ਕਬੂਲ ਕਰ ਲਵੇਗਾ ਤੇ ਅਸਾਂ ਸਾਰੇ ਹਿੰਦੂ, ਪੂਰੀ ਹਿੰਦੂ ਕੌਮ ਬਿਨਾਂ ਕਿਸੇ ਵਿਤਕਰੇ ਵਿਰੋਧ ਦੇ ਮੁਸਲਮਾਨ ਹੋ ਜਾਵੇਗੀ। ਜਦੋਂ ਇਹ ਸੁਨੇਹਾ ਔਰੰਗਜ਼ੇਬ ਨੂੰ ਮਿਲਿਆ ਤੇ ਔਰੰਗਜ਼ੇਬ ਆਪਣੇ ਕੱਪੜਿਆਂ ਤੋਂ ਬਾਹਰ ਹੋ ਗਿਆ ਗੁੱਸੇ ਵਿੱਚ। ਆਖਣ ਲੱਗਾ, ਇਹ ਕਿਹੜਾ ਬਹੁਤ ਵੱਡੀ ਗੱਲ ਹੈ, ਇਸ ਸਿੱਖਾਂ ਦੇ ਗੁਰੂ ਨੂੰ ਤਾਂ ਮੈਂ ਪਲਾਂ ਵਿੱਚ ਹੀ ਮਨਾ ਲਵਾਂਗਾ, ਮਜਬੂਰ ਕਰ ਦਿਆਂਗਾ। ਉਸਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਫ ਨਜੂਮੀਆਂ ਭੇਜਿਆ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਿਆਉਣ ਵਾਸਤੇ। ਲੇਕਿਨ ਉਹਦੇ ਪਹੁੰਚਣ ਤੋਂ ਪਹਿਲਾਂ ਹੀ ਸਤਿਗੁਰੂ ਜੀ ਮਹਾਰਾਜ ਦਿੱਲੀ ਦੀ ਤਰਫ ਚੱਲ ਪਏ। ਸਤਿਗੁਰੂ ਖੁਦ ਹੀ ਔਰੰਗਜ਼ੇਬ ਨੂੰ ਮਿਲ ਕੇ ਉਸ ਨੂੰ ਸਮਝਾਉਣਾ ਚਾਹੁੰਦੇ ਸਨ। ਜਦੋਂ ਦਿੱਲੀ ਵਿੱਚ ਔਰੰਗਜ਼ੇਬ ਨਾਲ ਮੁਲਾਕਾਤ ਹੋਈ, ਸਤਿਗੁਰੂ ਜੀ ਨੂੰ ਲਾਲ ਹਵੇਲੀ ਵਿੱਚ, ਜੋ ਚਾਂਦਨੀ ਚੌਕ ਵਿੱਚ ਸੀ, ਕੈਦ ਕੀਤਾ ਹੋਇਆ ਸੀ। ਜਦੋਂ ਸਤਿਗੁਰੂ ਜੀ ਦੇ ਨਾਲ ਔਰੰਗਜ਼ੇਬ ਦੀ ਮੁਲਾਕਾਤ ਹੋਈ ਤੇ ਔਰੰਗਜ਼ੇਬ ਨੇ ਇਹੀ ਸ਼ਰਤ ਰੱਖੀ, ਕਹਿਣ ਲੱਗਾ ਕਿ ਮੁਸਲਮਾਨ ਹੋ ਜਾਵੋ, ਕਰਾਮਾਤ ਦਿਖਾਵੋ, ਨਹੀਂ ਤਾਂ ਮਾਰ ਦਿੱਤੇ ਜਾਵੋਗੇ।
सतगुरु गुरु तेग बहादुर पातशाह जी महाराज सुन के मुस्कराए तो बड़ा सोहना जवाब दिता। कहन लगे, औरंगजेब, क्या मुसलमान होने तो बाद बंदे नूं कदे मौत नहीं आउंदी? तैनूं कदे नहीं आवेगी? तेरे कीते होए माड़े कर्मां दा हिसाब क्या तैनूं उपर जाके देना नहीं पवेगा? दूजा, करामात दा कहर है। करामात कहर है। असी करामात दिखा के उस वाहिगुरू परमात्मा दे शरीक बनन नूं कदी तैयार नहीं हाँ, ते सानू मौत दा की भै दिंदा है? सानू कतल होने दा कोई डर नहीं है, कोई भै नहीं है, असी तां खुद मौत नूं आवाज़ां मारदे हाँ। सुन के औरंगजेब निरुत्तर हो गया। गुस्से विच आण के उसने सतगुरु जी नूं तरह तरह के तसीहे दिते। सतगुरु जी नूं पिंजरे दे विच कैद कर दिता गया। सतगुरु जी नूं भुखे प्यासे रखा गया। इत्थों तक अनिंदरे भी रखा गया। सतगुरु जी नूं बैठण दी भी इजाज़त नहीं सी। लगातार सतगुरु जी 3-4 दिहाड़े उस पिंजरे दे विच खड़े ही रहे। ते साध संगत जी सतगुरु जी नूं डलाउण वास्ते औरंगजेब ने जो सतगुरु जी दे सेवक नाल आए सन, भाई दयाला जी, भाई मती दास जी, भाई सती दास जी, इन्हां नूं भी उन्हां दे सामने ही शहीद करवाया। भाई दयाला जी नूं उबलदी हुई देग विच आलू की तरह उबाल के शहीद किया गया। भाई सती दास जी नूं रूह वलेट के शरीर के आस पास जिंदियां ही साड़ दिता गया। ते जो भाई मती दास जी, इन्हां नूं आरे नाल चीर के 2 फाड़ इन्हां दा शरीर कर दिता गया। लेकिन गुरु दे सिख रता नहीं डोले, अपने धर्म ते कायम रहे। ते सतगुरु जी जदों किसी भी तरह औरंगजेब की गल मनण नूं तैयार ना होए तां औरंगजेब ने मौत का फतवा दे दिता। ते सतगुरु जी महाराज नूं 11 नवंबर 1675 ईस्वी नूं चांदनी चौक विखे, जिथे अज गुरुद्वारा शीशगंज साहिब सुशोभित है, उत्थे शहीद कर दिता गया। सतगुरु गुरु तेग बहादुर पातशाह जी महाराज ने हिंदू धर्म की रक्षा की खातर, तिलक जंजू की राखी की खातर अपना बलिदान दे दिता। सतगुरु जी की लासानी शहादत नूं संपूर्ण सिख कौम ते हिंदुस्तान दी, ये कह लो पूरे संसार दी जो जनता है, लोकाई है, वो सदा ही नतमस्तक हुंदी है। वाहिगुरू जी का खालसा, वाहिगुरू जी की फतेह।